1000 ਰੁਪਏ ਬਾਹਰ ਜਾਣ ਦਾ ਤੂੰ ਰੋਪ ਤੇ ਸਾਨੂੰ ਏਦਾਂ ਫੜ ਕੇ ਜਨੂਨੇ ਵੀ ਕਿੰਨਾ ਵੱਡਾ ਜ਼ੁਲਮ ਹੋਣ ਡਿਆ ਵਾ 500 ਰੁਪਇਆ ਪਰਚੀ ਆ ਤੇ ਇੱਥੇ 1000 ਰੁਪਇਆ ਲਈ ਜਾਂਦਾ ਆ ਭਾਈਜਾਨ ਇੱਥੇ ਨਾ ਪਹਿਲੇ 500 ਰੁਪਇਆ ਪਰਚੀ ਲੈਂਦੇ ਰਹੇ ਹੁਣ ਫਿਰ 2000 ਰੁਪਇਆ ਲੈਂਦੇ ਪੈਣ 1000 ਰੁਪਇਆ ਵੜਨ ਦਾ 1000 ਰੁਪਇਆ ਨਿਕਲਣ ਦਾ ਇਹ ਜ਼ਿਆਦਤੀ ਕਰਦੇ ਪੈਣ ਮਾੜੇ ਬੰਦੇ ਨੇ ਜੀ ਮਜ਼ਦੂਰ ਸਾਰੇ ਅਸੀਂ ਤੇ ਇਸ ਸਾਲ 1000 ਦੇ ਜਨੇ ਕਿਸੇ ਵੇਲੇ 500 ਵੀ ਲੈਣ ਲੱਗ ਪੈਂਦੇ ਕਿਸੇ ਵੇਲੇ 2000 ਵੀ ਲੈਂਦੇ ਨੇ ਤੁਸੀਂ ਕਮਿਸ਼ਨਰ ਸਾਹਿਬ ਨੂੰ ਕੀ ਪੈਗਾਮ ਦੇਣਾ ਚਾਹੋਗੇ? ਕੋਈ ਵੀ ਨਹੀਂ ਦੇਣਾ ਪੈਗਾਮ ਮੈਂ ਆਪਣੀ ਮੌਜ ਨਾਲ ਫਿਰਨ ਡਿਆ ਮੇਰਾ ਕਾਹਦਾ ਪੈਗਾਮ ਉੱਥੇ ਕਿਹੜਾ ਕਿਸੇ ਨੇ ਜਾਣ ਦੇਣਾ ਮੈਨੂੰ ਬਹੁਤ ਜ਼ੁਲਮ ਕਰਨ ਦੇ ਮਾੜੇ ਗਰੀਬਾਂ ਨਾਲ ਦਿਨਾਂ ਦੇ ਵਿੱਚ ਇਹਨਾਂ ਨੇ ਇੱਕ ਸਾਈਡ ਦੀ ਪਰਚੀ ਮਾਫ ਕਰ ਦਿੱਤੀ ਸੀ ਇੱਕ ਸਾਈਡ ਮੁੜ ਕੇ ਕਹਿੰਦੇ ਤੰਨੀ ਦੀ ਵੀ ਦਿਓ ਲਿਹਾਜ਼ਾ ਉੱਥੇ ਬੰਨਣ ਦੀ ਵੀ ਦਿਓ ਪਾਣੀ ਦੀ ਖੁੱਲੀਆਂ ਦੀ ਵੀ ਦਿਓ ਸਾਰਾ ਦਿਓ ਇਹਨਾਂ ਨੇ ਸਾਰੇ ਰਿਸਪੌਂਸ ਕੋਈ ਨਹੀਂ ਦਿੱਤਾ ਜਿੱਤਾ ਲਿਆ ਸਾਨੂੰ ਕੁਛ ਵੀ ਨਹੀਂ ਤੇ ਵਸੂਲ ਟੈਕਸ ਡਬਲ ਕਰਨ ਲੱਗ ਪਿਆ ਇਹ ਹਾਲ ਹੈ ਇਹਨਾਂ 500 ਰੁਪਇਆ ਹੋਣਾ ਚਾਹੀਦਾ ਜੀ ਅੱਛਾ ਬਸ ਬਾਹਰ ਨਿਕਲਦੇ ਕੋਈ ਪੈਸਾ ਨਹੀਂ ਮਾੜੇ ਬੰਦੇ अस्सलाम वालेकुम। ਅੱਜ ਦਿਨ ਬੁੱਧ 1 ਅਪ੍ਰੈਲ 2026 ਤੇ ਇਸ ਵਕਤ ਜਿੱਥੇ ਮੈਂ ਮੌਜੂਦ ਆ ਇਹ ਆ ਫੈਸਲਾਬਾਦ ਦੀ ਸਭ ਤੋਂ ਵੱਡੀ ਜਾਨਵਰਾਂ ਦੀ ਮੰਡੀ ਕੈਟਲ ਮਾਰਕੀਟ ਨਿਆਮੂਆਣਾ। ਸਵੇਰ ਸਵੇਰੇ ਦਾ ਟਾਈਮ ਆ ਤੁਸੀਂ ਦੇਖ ਰਹੇ ਹੋ ਪਿੱਛੇ ਰਿਕਸ਼ੇ ਖੜੇ ਡਾਲੇ ਖੜੇ ਮਸਦੇ ਖੜੇ ਜਿਨ੍ਹਾਂ ਤੇ ਜਾਨਵਰ ਆ ਰਿਹਾ ਫਰੋਖਤ ਹੋਣ ਵਾਸਤੇ ਤੇ ਅਸੀਂ ਅੱਜ ਚੈੱਕ ਕਰਦੇ ਇੱਥੇ ਕਿ ਇੱਥੇ ਜਿਹੜੇ ਆਉਣ ਵਾਲੇ ਵਪਾਰੀ ਆ ਉਹਨਾਂ ਨੂੰ ਕੀ ਮਸਾਇਲ ਆ ਕੀ ਸਹੂਲਤਾਂ ਵਾ ਕੀ ਹੋਣਾ ਚਾਹੀਦਾ ਤੇ ਕੀ ਨਹੀਂ ਹੋਣੀ ਚਾਹੀਦਾ ਜਿਹਦੇ ਨਾਲ ਇਹ ਮੰਡੀ ਜਿਹੜੀ ਆ ਉਹ ਜ਼ਿਆਦਾ ਬੂਸਟ ਕਰੇ ਜ਼ਿਆਦਾ ਲੋਕਾਂ ਨੂੰ ਪ੍ਰੋਫਿਟ ਹੋਵੇ ਲੋਕ ਆਸਾਨੀ ਦੇ ਨਾਲ ਆਪਣੇ ਜਿਹੜੇ ਜਾਨਵਰ ਆ ਉਹ ਫਰੋਖਤ ਕਰ ਸਕਣ ਤੇ ਜਿਹੜੇ ਲੋਕ ਜਾਨਵਰ ਖਰੀਦਣਾ ਚਾਹੁੰਦੇ ਆ ਉਹ ਵੀ ਆਸਾਨੀ ਦੇ ਨਾਲ ਅੱਛੇ ਰੇਟ ਦੇ ਉੱਤੇ ਜਾਨਵਰ ਖਰੀਦ ਸਕਣ। ਜੀ ਮੇਰੇ ਕੋਲ ਇਹ ਦੋ ਪਰਚੀਆਂ ਵਾ ਤੇ ਵਪਾਰੀ ਮੇਰੇ ਕੋਲ ਆ ਬੜਾ ਰੰਜੀਦਾ ਵੀ ਆ ਤੇ ਥੋੜਾ ਜਿਹਾ ਗੁੱਸੇ 'ਚ ਵੀ ਆ। ਇੱਕੋ ਪੁੱਛਦੇ ਕਿ ਹੋਇਆ ਕੀ ਆ ਦੋ ਪਰਚੀਆਂ ਮੇਰੇ ਕੋਲ ਜਨਾਬ 7000 ਰੁਪਇਆ ਵਾ ਹਾਂਜੀ ਤੇ ਜਨਾਬ 3500 ਰੁਪਇਆ ਵਾ ਜੀ। ਬਾਈ ਕਿੰਨੇ ਜਾਨਵਰ ਤੁਹਾਡੇ? ਬਾਈ 7 ਜਾਨਵਰ ਆ ਸਾਡੇ। ਅੱਛਾ ਤੇ ਕਿੰਨੇ ਦੀ ਪਰਚੀ ਹੈ? ਇਹ ਜੀ ਬਾਈ 7000 ਰੁਪਏ ਮਤਲਬ ਫੀ ਜਾਨਵਰ 7000 ਰੁਪਇਆ। ਇਹ ਜੀ ਫੀ ਜਾਨਵਰ 1000 ਰੁਪਏ ਠੀਕ ਹੈ ਮਤਲਬ ਇਹ 7 ਜਾਨਵਰਾਂ ਦਾ 7000 ਰੁਪਏ 7000 ਰੁਪਇਆ। ਅੱਛਾ ਤੁਹਾਡੇ ਕੀ ਖਿਆਲ ਆ ਕਿ ਇਹ ਪਰਚੀ ਠੀਕ ਲੈ ਰਹੇ ਆ ਜਾਂ ਇਹ ਜ਼ਿਆਦਾ ਲੈ? ਜ਼ਰਾ ਸਰ ਨਜ਼ਾਇਜ਼ ਆ ਜੀ। ਅਗਰ ਜੀ ਅਸੀਂ ਸਾਡਾ ਜਾਨਵਰ ਦੇਖੋ ਲਾ ਲਓ ਵੀ 7 ਜਾਨਵਰ ਕੋਈ ਜਾਨਵਰ ਨਹੀਂ ਨਾ ਸਾਡਾ ਵਿਕਦਾ ਇਹ ਸਾਨੂੰ ਫੇਰ ਵਾਪਸੀ 7000 ਰੁਪਏ ਦੇਣਾ। ਤੁਸੀਂ ਸੁਣਿਆ ਵਪਾਰੀ ਕੋਲੋਂ ਕਿ ਜਦੋਂ ਐਂਟਰ ਹੋਣਾ ਵਾ ਉਦੋਂ ਫੀ ਜਾਨਵਰ 1000 ਰੁਪਇਆ ਪਰਚੀ ਦੇਣੀ ਆ। ਇਸ ਤੋਂ ਇਲਾਵਾ ਡਾਲੇ ਦਾ 350 ਰੁਪਏ 350 ਰੁਪਏ ਡਾਲੇ ਦੇ ਦੇਣੇ ਆ ਐਂਟਰ ਹੋਣ ਦੇ। ਫੀ ਜਾਨਵਰ 1000 ਰੁਪਇਆ ਦੇਣਾ। ਜਦੋਂ ਵਾਪਸੀ ਆਣਾ ਜਾਨਵਰ ਵਿਕੇ ਜਾਂ ਨਾ ਵਿਕੇ 1000 ਰੁਪਏ 1000 ਰੁਪਇਆ ਜਾਨਵਰ ਦਾ। ਇਹਦਾ ਮਤਲਬ ਆ ਕਿ ਮੰਡੀ ਦੇ ਵਿੱਚ ਆਉਣ ਵਾਲਾ ਫੀ ਜਾਨਵਰ ਦਾ ਜਿਹੜਾ ਟੈਕਸ ਆ ਉਹ 2000 ਰੁਪਇਆ ਫੀ ਜਾਨਵਰ ਲਾ ਕੇ ਰਾਤੀ ਛੋਟੇ ਤੇ ਵੀ ਆਉਣ ਜਾਣ ਦੇ ਉਹਨੇ 300 ਰੁਪਇਆ। ਅੱਛਾ ਜੀ 300 ਆਉਣ ਦਾ 300 ਜਾਣ ਦਾ। ਠੀਕ ਹੈ ਇਹ ਤੇ ਆ ਤੰਦੀ ਹੁਣ ਰੱਸੀ ਕੋ ਹੈਗੀ ਇੱਥੇ ਬੰਨਣ ਨੂੰ ਚਾਣੀ ਕੋ ਹੈਗੀ ਆ। ਅੱਛਾ ਤੰਦੀ ਰੱਸੀ ਕੀ ਆ? ਉਹ ਪੈਸੇ ਨਵੇਂ ਲਾਤੇ ਆ ਇਹਨਾਂ ਨੇ। ਤੰਦੀ ਦੇ ਕੋਈ 300 ਰੁਪਇਆ ਤੰਦੀ ਦਾ 300 ਰੁਪਇਆ ਭੈਣ ਚੋ ਲਾਤਾ ਇਹਨਾਂ ਨੇ ਜੀ। ਆ ਕੀ ਖੁਰਲੀ ਦਾ ਕੋ ਖੁਰਲੀ ਹੈਗੀ ਆ ਉੱਥੇ ਇਹ ਨਜਾਇਜ਼ ਹੀ ਲਈ ਜਾਂਦੇ ਛੇਸੇ ਇਹਨਾਂ ਦੇ ਮਾਰ ਥਾਂ ਤੇ ਤਾਂ ਵਪਾਰੀਆਂ ਦੇ ਵਪਾਰੀ ਕੀ ਕਰਨ ਵਿਚਾਰੇ। ਅੱਛਾ ਭਾਜੀ ਤੁਸੀਂ ਜਦੋਂ ਜਾਨਵਰ ਇਥੋਂ ਲੈ ਕੇ ਜਾਂਦੇ ਹੋ ਅੰਦਰ ਜਾ ਕੇ ਖੁਰਲੀ ਦੇ ਉੱਤੇ ਬੰਨਦੇ ਹੋ? ਕਿੰਨੇ ਚੀਜ਼ ਤੇ ਨਹੀਂ ਭਾਈ ਹੱਥ 'ਚ ਫੜਨਾ ਭਾਈ। ਅੱਛਾ ਕੋਈ ਸ਼ੈ ਨਹੀਂ ਖੁਰਲੀ ਹੈ ਹੀ ਨਹੀਂ ਭਾਜੀ। ਅੱਛਾ ਕੋਈ ਸਹੂਲਤ ਨਹੀਂ ਸਾਨੂੰ ਜੀ ਮਗਰ ਫੀਸ ਇਹ ਪਾ ਦੇਣੀ ਆ। ਫੀਸ ਪਾਉਣੀ ਆ। ਅੱਛਾ ਮੈਨੂੰ ਇਹ ਦੱਸਿਓ ਕਿ ਜਿਹੜੀ ਰੱਸੀ ਦੇ ਪਾਏ ਆ ਪਰਾਲੀ ਦੇ ਪਏ ਪਰਾਲੀ ਇੱਥੇ ਪਾਉਂਦੇ ਆ। ਅੱਛਾ ਪਰਾਲੀ ਦਾ ਵੀ ਪਾਏ ਆ ਵੇਖ ਲਓ ਲਿਖ ਲੈ ਜੀ ਹੈ ਬਿਲਕੁਲ ਪਰਾਲੀ ਦੇ ਪੈਸੇ ਪਰਾਲੀ ਇੱਥੇ ਪਾ ਕੇ ਦੇਣ ਦੇ ਪਰਾਲੀ ਚਾਰ ਪਾਈ ਦੀ ਫੀਸ 700 ਰੁਪਇਆ। ਕੋਈ ਸ਼ੈ ਨਹੀਂ ਸਾਡੇ ਕੋਲ ਨਾ ਕੋਈ ਚਾਰ ਪਾਈ ਨਾ ਕੋਈ ਰੱਸੀ। ਠੀਕ ਹੈ ਜੀ ਕਾਊਂਟਰ ਤੇ ਜਾਂਦੇ ਆ ਜਿੱਥੋਂ ਇਹ ਪਰਚੀ ਬਣਾਈ ਜਾ ਰਹੀ ਆ ਉੱਥੇ ਦੇਖਦੇ ਆ ਕਿ ਕਿਆ ਕੋਈ ਉਹਨਾਂ ਕੋਲ ਸ਼ੈਡਿਊਲ ਹੈ ਕੋਈ ਉਹਨਾਂ ਕੋਲ ਲਿਖ ਪੜ ਹੈ ਕੋਈ ਬੋਰਡ ਲੱਗਾ ਹੋਇਆ। ਫਿਰ ਉਸ ਤੋਂ ਬਾਅਦ ਦੇਖਦੇ ਆ ਕਿ ਉੱਥੇ ਤੰਦੀ ਰੱਸੀ ਹੈ ਕਿ ਨਹੀਂ ਹੈ ਕੋਈ ਪਰਾਲੀ ਹੈ ਕਿ ਨਹੀਂ ਹੈ। ਉਹਦੇ ਵਿੱਚ ਫੀਸ ਦੇਖ ਲਓ 700 ਰੁਪਇਆ ਤੰਦੀ ਦੀ ਫੀਸ ਆ ਫਿਰ ਖੁਰਲੀ ਦੀ 2100 ਰੁਪਇਆ ਫੀਸ ਆ ਫਿਰ ਚਾਰਪਾਈ ਦੀ 700 ਰੁਪਇਆ ਫੀਸ ਆ। ਟੋਟਲ 3500 ਰੁਪਇਆ ਜਿਹੜਾ ਵਾ ਉਹਨੂੰ ਇਸ ਸੂਰਤ ਵਿੱਚ ਪਾਇਆ ਗਿਆ ਤੇ ਜਿਹੜੇ ਉਹ ਜਾਨਵਰ 7 ਲੈ ਕੇ ਆ 20 ਜਾਨਵਰ 500 ਰੁਪਏ ਦੇ ਹਿਸਾਬ ਨਾਲ 3500 ਰੁਪਇਆ ਇਹ ਪਾਇਆ। ਇਹਦਾ ਮਤਲਬ ਆ ਕਿ 7000 ਰੁਪਇਆ 7 ਜਾਨਵਰਾਂ ਦਾ ਐਂਟਰੀ ਦੀ ਫੀਸ ਆ। ਜਿਹੜਾ ਵਾਪਸੀ ਜਾਣਾ ਵਾ ਉਹ ਇਹ ਤੋਂ ਇਲਾਵਾ ਇਹਦੀ ਫੀਸ ਹੈ।
ਇੱਕ ਜਾਨਵਰ ਆਈ ਮੇਰਾ ਭਾਈ, ਇੱਕ ਉਹ ਲੱਦੀ ਰਕਸ਼ੇ ਮੱਝ ਵਿੱਚ ਕੋਈ। ਅੱਛਾ, ਹਾਂਜੀ ਤੁਸੀਂ ਵੇਚਣ ਵਾਸਤੇ ਆਏ ਹੋ? ਹਾਂਜੀ ਵੇਚਣ ਵਾਸਤੇ। ਕਿੰਨੀ ਫੀਸ ਲਈ ਆ? 1000 ਰੁਪਿਆ ਫੀਸ ਲਈ, 150 ਪਰਚੀ ਦਾ ਲਿਆ, ਦੂਸਰਾ ਰਕਸ਼ਾ ਅੰਦਰ ਐਂਟਰ ਕਰਨ ਦਾ। ਚਲੋ ਉਹਦੀ ਐਂਟਰੀ ਫੀਸ ਹੈ ਨਾ। ਹਾਂਜੀ ਇਹ ਅਸਲ ਮਸਲਾ ਹੈਗਾ ਜਿਹੜੀ ਜਾਨਵਰਾਂ ਦੀ ਐਂਟਰੀ ਆ। ਦੇਖੋ ਜੀ 500 ਰੁਪਿਆ ਹੈਗਾ ਵਾ ਜਾਨਵਰ ਦੀ ਐਂਟਰੀ ਫੀਸ, ਹਾਂਜੀ 300 ਰੁਪਿਆ ਤੰਦੀ ਦਾ, 300 ਰੁਪਿਆ ਖੁਰਲੀ ਪਰਾਲੀ ਦਾ, 1100 ਰੁਪਿਆ ਬਣਦਾ ਵਾ। ਤੁਹਾਡੇ ਕੋਲ 1000 ਰੁਪਿਆ ਲੈ ਰਿਹਾ। ਸਰ ਜੀ ਕੋਈ ਵੀ ਤੰਦੀ ਪਰਾਲੀ ਕੋਈ ਚੀਜ਼ ਨਹੀਂ, ਕੋਈ ਖੁਰਲੀ ਨਹੀਂ। ਮੇਰਾ ਭਾਈ ਜਾ ਕੇ ਦੇ ਲੋ ਤੇ ਖੁਰਲੀਆਂ ਤੇ ਡੰਗਰ ਬਣ ਗਏ। ਕੋਈ ਪਾਣੀ ਦੀ ਸਹੂਲਤ ਨਹੀਂ ਮੇਰਾ ਭਾਈ ਹੈਗੀ, ਜਾ ਕੇ ਉੱਥੇ ਦੇ ਲੋ ਮੇਰਾ ਭਾਈ। ਅਗਰ ਹੋਵੇ ਤੇ ਜੋ ਕੋਈ ਜੁਰਮਾਨਾ ਭਰਾਂਗੇ ਅਸੀਂ। ਮੱਝ ਤੁਹਾਨੂੰ ਮੁਫਤ ਦੇ ਦੇਣੀ ਜੇ ਉੱਥੇ ਕੋਈ ਤੰਦੀ ਦੀ ਜਾਂ ਕੋਈ ਸਹੂਲਤ ਦਿੱਤੀ ਹੋਵੇ। ਮਤਲਬ ਇਹ ਆ ਕਿ ਠੀਕ ਆ ਫੀਸ ਸ਼ਡਿਊਲ ਦੇ ਮੁਤਾਬਕ ਆ 300 ਰੁਪਿਆ ਤੰਦੀ ਦਾ ਤੇ 300 ਰੁਪਿਆ ਖੁਰਲੀ ਦਾ, ਮਗਰ ਤੁਹਾਡਾ ਕਹਿਣਾ ਵਾ ਕਿ ਉੱਥੇ ਨਾ ਤੰਦੀ ਆ ਤੇ ਨਾ ਉੱਥੇ ਖੁਰਲੀ ਆ ਤੇ ਨਾ ਨਾ ਕੋਈ ਪਾਣੀ ਆ ਨਾ ਕੋਈ ਖੁਰਲੀ ਆ ਉਸ ਜਗ੍ਹਾ ਤੇ ਮੇਰਾ ਭਾਈ, ਨਾ ਕੋਈ ਠੀਆ ਹੀ ਹੈਗਾ ਵੀ ਡੰਗਰ ਲਾਣ ਵਾਸਤੇ। ਕਈ ਡੰਗਰਾਂ ਦੀਆਂ ਸਾਡਿਆਂ ਦੀਆਂ ਜੋ ਅਸੀਂ 10 ਡੰਗਰ ਲੈ ਕੇ ਨਾ, ਕਈ ਡੰਗਰਾਂ ਦੀਆਂ ਸਾਡੀਆਂ ਲੱਤਾਂ ਵੀ ਟੁੱਟੀਆਂ ਤੇ ਅਸੀਂ ਇਹਨਾਂ ਨੂੰ ਲਿਆ ਕੇ ਦਿਖਾਇਆ, ਪਿੱਟੇ ਇਹਨਾਂ ਕੋ, ਤੇ ਕਿਸੇ ਬੰਦੇ ਨੇ ਸਾਡੀ ਗੱਲ ਨਹੀਂ ਸੁਣੀ। ਨਹੀਂ ਤੋਂ ਠੀਆ ਬਣਿਆ ਤਾਂ ਹੋਇਆ ਵਾ ਉੱਥੇ? ਕੋਈ ਵੀ ਨਹੀਂ ਬਣਿਆ, ਦਿਖਾਓ ਮੈਨੂੰ ਇੱਕ ਵੀ ਬਣਿਆ ਹੋਵੇ, ਤੁਹਾਨੂੰ ਮੱਝ ਫ੍ਰੀ ਦੇ ਦੇਣੀ ਜੇ ਠੀਆ ਬਣਿਆ ਹੋਵੇ। ਇਸ ਤਰਫ ਜਿਹੜਾ ਪੁਖਤਾ ਜਿਹੜਾ ਬਣਿਆ ਹੋਇਆ ਮੰਡੀ ਚ, ਪੁਖਤਾ ਭਾਈ ਆ ਦੇਖੋ ਕਿੰਨੇ ਡੰਗਰ ਆ ਮੇਰਾ ਭਾਈ। ਲਾਇਆ 2-2 ਘੰਟੇ ਤੇ ਵਾਰੀ ਨਹੀਂ ਉੱਥੇ ਆਂਦੀ ਬੰਦੇ ਦੀ। ਉਹ ਤੇ ਥੋੜੀ ਜਿਹੀ ਜਗ੍ਹਾ ਤੇ ਬਣਾਇਆ ਨਾ ਮੇਰਾ ਭਾਈ, 2 ਗੱਡੀਆਂ ਲੱਗਣ ਦਾ ਥਾਂ ਮੇਰਾ ਭਾਈ। ਇੱਥੇ ਗੱਡੀ ਆਂਦੀ 100 ਗੱਡੀ ਮੇਰਾ ਭਾਈ। ਨਹੀਂ ਗੱਡੀ ਤਾਂ ਮਾਸ਼ਾਅੱਲਾ ਬਹੁਤ ਆ। ਚਲੋ ਅੱਲਾਹ ਪਾਕ ਬਰਕਤ ਪਾਵੇ, ਗਾਂ ਤੋਂ ਗਾਂ ਜਿਵੇਂ ਜਿਵੇਂ ਈਦ ਲਾਗੇ ਆਉਣੀ ਆ ਉਵੇਂ ਰਸ਼ ਵੀ ਪੈਣਾ ਵਾ। ਤੁਹਾਡਾ ਖਿਆਲ ਇਹ ਆ ਕਿ ਤੁਹਾਨੂੰ ਉਹ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਹਿਸਾਬ ਨਾਲ ਫੀਸ ਲੈਂਦੀ ਨਹੀਂ ਮਿਲਦੀ, ਉਹ ਸਹੂਲਤਾਂ ਨਹੀਂ ਭਾਈ। ਮਤਲਬ ਫੀਸ ਜੇ ਲੈਣੀ ਆ ਤਾਂ ਸਾਨੂੰ ਉਸ ਹਿਸਾਬ ਨਾਲ ਸਹੂਲਤ ਵੀ ਦੇਣ, ਸਾਨੂੰ ਉਸ ਹਿਸਾਬ ਨਾਲ ਸਹੂਲਤ ਵੀ ਦੇਣ ਮੇਰਾ ਭਾਈ, ਜਿਹੜੀ ਫੀਸ ਸਾਡੇ ਕੋਲ ਅਦਾ ਕਰ। ਮੈਡਮ ਮਰੀਮ ਨਵਾਜ਼ ਬਹੁਤ ਐਕਟਿਵ ਆ, ਉਹਨਾਂ ਦਾ ਹਰ ਚੀਜ਼ ਦੇ ਉੱਤੇ ਉਹਨਾਂ ਦਾ ਫੋਕਸ ਆ, ਅਫਸਰਾਨ ਦਾ ਵੀ ਚੈੱਕ ਐਂਡ ਬੈਲੈਂਸ ਆ। ਤੇ ਆਵਾਮ ਨੂੰ ਉੱਤੇ ਮਾਰ ਦਿਓ ਕਿਤੇ ਜਾ ਕੇ, ਕਿਤੇ ਬਹਿ ਨਹੀਂ ਮੇਰੇ ਬੰਬ ਮਾਰਨ ਤੇ ਆਵਾਮ ਮਰਿਆ, ਕਿਤੇ ਜਾਨ ਛੁੱਟੇ ਇਹਨਾਂ ਦੀ ਵਿਚਾਰਿਆਂ ਦੀ। ਚਲੋ ਕੋਈ ਗੱਲ ਨਹੀਂ, ਅਗਰ ਕੀਮਤ ਚੰਗੀ ਲੱਗ ਜਾਵੇ ਤਾਂ ਫਿਰ ਤਾਂ 2000 ਰੁਪਇਆ ਕੁਛ ਨਹੀਂ ਕਹਿੰਦਾ। ਅੱਛਾ 1000 ਰੁਪਇਆ ਵਾਪਸੀ ਦਾ ਵੀ ਆ? 1000 ਰੁਪਇਆ 2000 ਰੁਪਇਆ 1500 ਵਾਪਸੀ ਦਾ ਲੈ ਲੈਂਦੇ ਮੇਰਾ। ਨਹੀਂ ਵਾਪਸੀ ਦੀ ਫੀਸ ਦਿੰਦੇ ਆ? ਦਿੰਨੇ ਆ ਵਾਪਸੀ। ਇੱਥੇ ਆ ਜਿਹੜੀ ਚੋਰ ਬਜ਼ਾਰੀ ਆ ਆਦੇ ਬਾਹਰ ਲੈਣਾ ਲੱਗੀਆਂ ਇਹਨਾਂ ਨੂੰ ਅੰਦਰ ਲੰਘਣ ਦਿਓ। ਗੇਟ 7 ਗਵਰਨਮੈਂਟ ਨੇ ਕਾਹਦੇ ਲਈ ਬਣਾਏ ਆ? ਇੱਥੇ ਸਾਨੂੰ 3 ਘੰਟੇ ਹੋ ਗਏ ਜਲੀਲ ਕਰਨ ਦੇ ਆ ਠੇਕੇਦਾਰ। ਤੁਹਾਡਾ ਕੀ ਮਤਲਬ ਆ ਕਿ ਉੱਥੇ ਬੰਦੇ ਜ਼ਿਆਦਾ ਹੋਣ? ਬੰਦੇ ਆ ਗੇਟ ਉਹਨਾਂ ਨੇ ਕਾਹਦੇ ਲਈ ਬਣਾਏ ਗਵਰਨਮੈਂਟ ਨੇ? ਇਸੇ ਲਈ ਬਣਾਏ ਨਾ ਵੀ ਖੋਲੋ ਆਵਾਮ ਅੰਦਰ ਜਾਵੇ। ਆ 3 ਘੰਟੇ ਬਾਅਦ ਸਾਡੀ ਵਾਰੀ ਆਈ ਆ। ਉਹ ਡਰਾਮਾ ਕਰਨ ਦੇ ਆ, ਅੰਦਰ ਵੜਨ ਦਾ 100, ਬਾਹਰ ਨਿਕਲਣ ਦਾ 200। ਛੋਟੇ ਜਾਨਵਰ ਦਾ ਕਿ ਛੋਟੇ ਜਾਨਵਰ ਦਾ ਅੰਦਰ ਵੜਨ ਦਾ 100 ਆ, ਬਾਹਰ ਜਦੋਂ ਕੱਢਣਾ 200 ਦੇਣਾ। ਰਕਸ਼ੇ ਦੀ ਪਰਚੀ 150 ਲੈਦਾ ਦੇਣੀ। ਠੀਕ ਆ। ਉੱਤੋਂ ਕਹਿੰਦੇ ਆ ਪਰਾਲੀ ਵਿੱਚ ਸੁੱਟੀ, ਇਹਦਾ ਵੀ 500 ਦਵੋ। ਜਾਈਏ ਕਿੱਧਰ ਨੂੰ? ਪਰਾਲੀ ਜਿਹੜੀ ਸੁੱਟੀ ਆ ਪਰਾਲੀ ਅਸੀਂ ਲੈ ਕੇ ਉਹਨੇ ਆ, ਕਹਿੰਦੀ ਇਹਦਾ ਵੀ 500 ਅਸੀਂ ਲੈਣਾ। ਮਤਲਬ ਜੇ ਇਹਨਾਂ ਨੇ ਪਰਾਲੀ ਦੇ ਪੈਸੇ ਲੈਣੇ ਆ ਤੇ ਇਹਦਾ ਮਤਲਬ ਇਹਨਾਂ ਜਿਹੜੀ ਸਫਾਈ ਕਰਦੇ ਉਹਦਾ ਵੀ ਸਾਡੇ ਤੇ ਪਾਉਂਦੇ ਆ। ਪਰਾਲੀ ਦਾ ਆਪੋ ਅਸੀਂ ਪਿੱਛੋਂ ਪਾ ਕੇ ਲਿਆਉਂਦੇ ਆ, ਬਾਹਰ ਹੀ ਲੈ ਜਾਂਦੇ ਆ। ਇਹ ਪਰਾਲੀ ਦੀ ਸਫਾਈ ਦੇ ਪੈਸੇ ਆ? ਹਾਂ, ਅਸੀਂ ਇਹ ਕਿਹੜਾ ਸੁੱਟ ਕੇ ਜਾਂਦੇ ਇੱਥੇ, ਅਸੀਂ ਤਾਂ ਗੱਡੀਆਂ ਦੇ ਵਿੱਚ ਹੀ ਰਹਿੰਦੇ। ਉਹ ਵੀ ਡਰਾਮਾ ਸਾਡੇ ਤੇ ਆ। ਇਹ ਸ਼ਡਿਊਲ ਲੱਗਾ ਹੋਇਆ ਨਾ, ਸ਼ਡਿਊਲ ਸਾਰਾ ਆਪਣਾ ਬਿਲਕੁਲ ਠੀਕ ਹੈ, ਇਹਦੇ ਹਿਸਾਬ ਨਾਲ ਹੀ ਪਰਚੀ ਕੱਟੀ ਜਾ ਰਹੀ, ਠੀਕ ਆ। ਇਸ਼ੂ ਇਹ ਆ ਕਿ ਇਹਦੇ ਵਿੱਚ ਦੇਖੋ ਕਿਤੇ ਵੀ ਥੱਲੇ ਜਾਨਵਰ ਦੀ ਵਾਪਸੀ ਦੀ ਫੀਸ ਨਹੀਂ ਲਿਖੀ ਹੋਈ, ਜਦਕਿ ਜਾਨਵਰ ਦੀ ਵਾਪਸੀ ਦੀ ਫੀਸ 1000 ਰੁਪਇਆ ਲਈ ਜਾ ਰਹੀ ਹੈ ਬੜੇ ਜਾਨਵਰ ਦੀ, ਛੋਟੇ ਜਾਨਵਰ ਦੀ 200 ਰੁਪਇਆ ਫੀਸ ਲਈ ਜਾ ਰਹੀ ਹੈ। ਉਸ ਤੋਂ ਇਲਾਵਾ ਸਫਾਈ ਦੇ ਪੈਸੇ ਜਿਹੜਾ ਕਿ ਬੜੇ ਜਾਨਵਰ ਦਾ ਤਕਰੀਬਨ 300 ਰੁਪਇਆ ਲਿਆ ਜਾ ਰਿਹਾ। ਕੀਤੀ ਹੈ ਇੱਕ ਜਾਇਜ਼ ਫੀਸ ਮੁਕਰਰ ਕੀਤੀ ਆ, ਉਹ ਫੀਸ ਜ਼ਰੂਰ ਲਵੇ, ਮਗਰ ਇਹਦੇ ਨਾਲ ਨਾਲ ਉਹ ਜਿਹੜੇ ਵਪਾਰੀ ਆ ਉਹਨਾਂ ਨੂੰ ਉਹ ਸਹੂਲਤਾਂ ਵੀ ਤਾਂ ਦੇਵੇ। ਉਹਨਾਂ ਨੂੰ ਜਿਸ ਚੀਜ਼ ਦੀ ਫੀਸ ਲਈ ਗਈ ਆ ਉਸ ਦੇ ਹਵਾਲੇ ਦੇ ਨਾਲ ਉਹਨੂੰ ਪੂਰੀ ਅਕਮੋਡੇਟ ਕਰੇ, ਲੋਕਾਂ ਨੂੰ ਸਹੂਲੀਅਤ ਦੇਵੇ। ਨੰਬਰ 2 ਇੱਥੇ ਇਸ਼ੂ ਸਭ ਤੋਂ ਵੱਡਾ ਦੇਖੋ, ਇਹ ਬਾਹਰ ਵੀ ਲਾਈਨ ਲੱਗੀ ਹੋਈ ਆ। ਇਹ ਹਜੇ ਈਦ ਦੇ ਵਿੱਚ 1.5 ਮਹੀਨਾ ਬਾਕੀ ਆ ਤੇ ਹੁਣੇ ਤੋਂ ਰਸ਼ ਪੈਣਾ ਸ਼ੁਰੂ ਹੋ ਗਿਆ। ਸਭ ਤੋਂ ਵੱਡਾ ਇਸ਼ੂ ਹੈ ਕਿ ਰੋਡ ਤੇ ਆਣ ਕੇ ਇਹ ਪਾਰਕਿੰਗ ਹੋਈ ਜਾਣੀ ਆ, ਹੁਣ ਹੋਈ ਜਾ ਰਹੀ ਹੈ ਪਾਰਕਿੰਗ, ਐਂਟਰੀ ਫੀਸ, ਫਿਰ ਉਸ ਤੋਂ ਬਾਅਦ ਜਾਨਵਰਾਂ ਦੀ ਐਂਟਰੀ ਫੀਸ, ਫਿਰ ਉਹ 2 ਪਰਚੀਆਂ ਬਣਾ ਕੇ ਦੇ ਰਿਹਾ। ਇੱਕ ਪਰਚੀ ਦੇ ਉੱਤੇ ਟੈਕਸ ਲਿਖ ਰਿਹਾ, ਇੱਕ ਪਰਚੀ ਦੇ ਉੱਤੇ ਜਾਨਵਰਾਂ ਦੀ ਐਂਟਰੀ ਫੀਸ ਲਿਖ ਰਿਹਾ, ਜਿਹਦੇ ਵਿੱਚ ਤੰਦੀ ਫੀਸ, ਜਿਹਦੇ ਵਿੱਚ ਖੁਰਲੀ ਫੀਸ, ਵਿੱਚ ਪਰਾਲੀ ਫੀਸ, ਇਸ ਤਰ੍ਹਾਂ ਕਰਕੇ ਫੀਸਾਂ ਬਕੌਲ ਠੇਕੇਦਾਰ ਦੇ ਕਿ ਮੇਰੀ ਫੀ ਜਾਨਵਰ ਫੀਸ ਜਿਹੜੀ ਹੈ ਨਾ ਉਹ 1100 ਰੁਪਇਆ ਬਣ ਰਿਹਾ ਵਾ ਤੇ ਮੈਂ ਲੋਕਾਂ ਨੂੰ ਸਹੂਲਤ ਦੇ ਰਿਹਾ 100 ਰੁਪਇਆ ਡਿਸਕਾਊਂਟ ਦੇ ਰਿਹਾ, ਮੈਂ 1000 ਰੁਪਇਆ ਲੈ ਰਿਹਾ। ਮਤਲਬ ਇਹ ਆ ਕਿ 1100 ਦੀ ਬਜਾਏ ਮੈਂ 1000 ਰੁਪਇਆ ਫੀਸ ਜਿਹੜੀ ਆ ਉਹ ਲੈ ਰਿਹਾ। ਜਦਕਿ ਵਪਾਰੀਆਂ ਦਾ ਕਹਿਣਾ ਇਹ ਆ ਕਿ ਜਦੋਂ ਤੰਦੀ ਹੈ ਨਹੀਂ, ਜਦੋਂ ਖੁਰਲੀ ਹੈ ਨਹੀਂ,
ਤੇ ਉਹਨਾਂ ਦੀ ਫੀਸ ਕਿਉਂ ਸਾਡੇ ਕੋਲੋਂ ਜਿਹੜੀ ਹੈ ਨਾ ਉਹ ਲਈ ਜਾਂਦੀ ਆ, ਜਦਕਿ ਵਾਪਸੀ ਜਿਹੜੀ ਆ ਉਹ ਫੀਸ ਸ਼ੈਡਿਊਲ ਦੇ ਉੱਤੇ ਨਹੀਂ ਲਿਖੀ ਹੋਈ, ਮਗਰ ਲੋਕਾਂ ਕੋਲੋਂ ਵਾਪਸੀ ਫੀਸ ਉਹ ਲਈ ਜਾਂਦੀ ਆ। ਹੁਣ ਇਹ ਠੇਕੇਦਾਰ ਵੀ ਆਪਣਾ ਮੌਕਫ ਨਹੀਂ ਦੇ ਰਿਹਾ ਕਿ ਜਿਹੜੀ ਵਾਪਸੀ ਦੀ ਫੀਸ ਆ ਉਹ ਕਿਸ ਸ਼ੈਡਿਊਲ ਦੇ ਮੁਤਾਬਕ ਲੈ ਰਿਹਾ, ਕਿਆ ਉਹਦੇ ਕੋਲ ਇਸ ਤਰ੍ਹਾਂ ਦਾ ਕੋਈ ਆਰਡਰ ਹੈ ਜਾਂ ਨਹੀਂ ਹੈ। ਅਗਰ ਆਰਡਰ ਹੈ ਤਾਂ ਠੀਕ ਹੈ, ਜਾਇਜ਼ ਆ। ਅਗਰ ਆਰਡਰ ਨਹੀਂ ਹੈ, ਕਮਿਸ਼ਨਰ ਸਾਹਿਬ ਦੀ ਤਰਫੋਂ ਇਸ ਤਰ੍ਹਾਂ ਦਾ ਕੋਈ ਨਹੀਂ ਕੀਤਾ ਗਿਆ, ਆਰਡਰ ਨਹੀਂ ਕੀਤਾ ਗਿਆ, ਕੋਈ ਸ਼ੈਡਿਊਲ ਦੇ ਵਿੱਚ ਠੇਕਾ ਨਹੀਂ ਕੀਤਾ ਗਿਆ ਗਵਰਨਮੈਂਟ ਆਫ ਪੰਜਾਬ ਦੀ ਤਰਫੋਂ, ਤਾਂ ਫਿਰ ਵਾਪਸੀ ਦੀ 1000 ਰੁਪਏ ਫੀਸ ਕਿਉਂ ਚਾਰਜ ਕਰ ਰਿਹਾ, ਜਿਹਦੀ ਵਜ੍ਹਾ ਤੋਂ ਜਿਹੜੇ ਜ਼ਿਮੀਦਾਰ ਹੈ ਨਾ, ਜਿਹੜੇ ਇਥੋਂ ਦੇ ਵਪਾਰੀ ਆ, ਜਿਹੜੇ ਲੈ ਕੇ ਆ ਰਹੇ ਆਪਣੇ ਜਾਨਵਰ ਲੈ ਕੇ ਆ ਰਹੇ ਆ, ਉਹ ਥੋੜੇ ਪਰੇਸ਼ਾਨ ਆ, ਥੋੜੇ ਗੁੱਸੇ ਦੇ ਵਿੱਚ ਆ। ਕੀ ਫੀਲ ਹੋ ਰਿਹਾ ਤੁਹਾਨੂੰ? ਫੀਸ ਕਿੰਨੀ, ਪਾਰਕਿੰਗ ਫੀਸ ਕਿੰਨੀ ਦਿੱਤੀ ਤੁਸੀਂ ਅੰਦਰ? 50 ਰੁਪਏ ਮੰਗ ਰਹੇ 50 ਰੁਪਏ। ਚਲੋ ਉਹ ਤੇ ਸ਼ੈਡਿਊਲ ਦੇ ਮੁਤਾਬਕ ਆ, 50 ਰੁਪਏ ਜਾਇਜ਼ ਆ। ਅੱਲਾ ਕਰੇ ਜੀ ਤੁਹਾਨੂੰ ਤੁਹਾਡੀ ਪਸੰਦ ਦਾ ਜਾਨਵਰ ਜਨਾਬ ਮਿਲ ਜਾਵੇ। ਮਿਹਰਬਾਨੀ। बस जानवर बेचने में सबसे वापसी की करना है। साढ़े को व्यक्ति पर 1000 रुपए ले डंगर हट भी आवे तो दोबारा फिर नहीं फिर ले भाई बस आ जाओ। ਅਗਰ ਤੁਹਾਡਾ ਜਾਨਵਰ ਨਾ ਵਿਕਿਆ, ਤੁਸੀਂ ਜਾਨਵਰ ਵਾਪਸ ਲੈ ਕੇ ਜਾਣਾ ਵਾ, 1000 रुपया एक 1000 ਰੁਪਏ ਇੱਕ ਜਾਨਵਰ ਦਾ ਫਿਰ ਦੇਣਾ। नहीं सानू एक पर्ची काटते ਅਸੀਂ ਵਾਪਸੀ ਜੇ पर्ची ਜਾਵੇ ਵਾਪਸੀ ਬਾਕੀ ਆਵੇ ਤਾਂ ਮੋਰ ਅਸੀਂ ਕਰਾ ਲੈ ਸਾਡੀ ਗੱਲ ਸੁਣੋ ਨਾ ਮੇਰੀ, ਜਦੋਂ ਵਾਪਸ ਜਾਣਾ ਵਾ ਉਦੋਂ ਇਸ ਤਰ੍ਹਾਂ ਦੀ ਪਰਚੀ ਦਿੰਦੇ ਆ? ਨਹੀਂ ਕੋਈ ਨਾ, ਉਹਦੀ ਬਾਅਦ ਫੀਸ ਲਈ 1000 ਰੁਪਏ ਲੈ ਕੇ ਜਾਓ। ਅੱਛਾ 1000 ਰੁਪਿਆ ਨਕਦ ਲਈ ਜਾਣਾ ਵਾ? ਨਗਰ ਲਈ ਜਾਏ 1000 ਰੁਪਏ। ਮਕਸਦ ਇਹ ਆ ਕਿ ਦੇਖੋ ਜੀ, ਆ ਉਹਨਾਂ ਨੇ ਫੀਸ ਲਈ ਹੈ ਨਾ, ਇਹਦਾ ਇੱਕ ਸਬੂਤ ਆ ਕਿ ਉਹਨਾਂ ਨੇ ਜਾਨਵਰ 1000 ਰੁਪਿਆ ਫੀਸ ਲਈ। ਜੀ ਜੀ। ਹੁਣ ਜਦੋਂ ਵਾਪਸ ਆਉਣਾ ਵਾ ਉਦੋਂ ਇਸ ਤਰ੍ਹਾਂ ਦੀ ਪਰਚੀ ਦਿੰਦੇ ਆ ਕਿ ਨਹੀਂ ਦਿੰਦੇ? ਕੋਈ ਦਿੰਦੇ ਆ ਪਰਚੀ ਦਿੰਦੇ ਆ, ਪਰਚੀ ਦਿੰਦੇ ਆ। ਹੁਣ ਚੱਲਦੇ ਆ ਸ਼ੈੱਡ ਵੱਲ ਨੂੰ, ਉੱਥੇ ਦੇਖਦੇ ਆ ਕਿ ਆਇਆ ਕਿ ਤੰਦੀ, ਖੁਰਲੀ, ਪਾਣੀ, ਇਸ ਤਰ੍ਹਾਂ ਦੀਆਂ ਸਹੂਲਤਾਂ ਹੈ ਜਿਹੜੇ ਕਿ ਫੀਸ ਲਈ ਗਈ ਆ, ਪਰਚੀ ਦੇ ਉੱਤੇ ਲਿਖ ਕੇ ਫੀਸ ਲਈ ਗਈ ਆ, ਜਾਇਜ਼ ਫੀਸ ਲਈ ਗਈ ਆ, ਨਜਾਇਜ਼ ਨਹੀਂ। ਮਗਰ ਇਹ ਦੇਖਣਾ ਕਿ ਉਹ ਜਿਹੜੀ ਫੀਸ ਲਈ ਗਈ ਆ ਉਹ ਸਹੂਲਤਾਂ ਵੀ ਉੱਥੇ ਮੌਜੂਦ ਆ ਕਿ ਨਹੀਂ ਮੌਜੂਦ ਆ। ਕਿਆ ਜਿਹੜੇ ਇੱਥੋਂ ਦੇ ਫਾਰਮਰ ਆ ਰਹੇ ਆ, ਵਪਾਰੀ ਆ ਰਹੇ ਆ, ਜਿਹੜੇ ਉਹ ਆਪਣੇ ਤਹਫਜ਼ਾਤ ਦਾ ਇਜ਼ਹਾਰ ਕਰ ਰਹੇ ਆ, ਆਪਣਾ ਗੁੱਸੇ ਦਾ ਇਜ਼ਹਾਰ ਕਰ ਰਹੇ ਆ ਕਿ ਸਾਡੇ ਕੋਲ ਤੇ ਤੰਦੀ ਤੇ ਖੁਰਲੀ ਹੈ ਨਹੀਂ, ਮਗਰ ਸਾਡੇ ਕੋਲ ਫੀਸ ਲਈ ਜਾ ਰਹੀ ਆ। ਹੁਣ ਦੇਖਣਾ ਕਿ ਉੱਥੇ ਤੰਦੀ ਖੁਰਲੀ ਹੈ ਜਾਂ ਨਹੀਂ ਹੈ, ਜਾਨਵਰਾਂ ਦਾ ਪਾਣੀ ਦਾ ਇੰਤਜ਼ਾਮ ਹੈ ਜਾਂ ਨਹੀਂ ਹੈ। ਆਓ ਚੱਲਦੇ ਆ ਜੀ। ਵਪਾਰੀ ਕਹਿ ਰਿਹਾ ਸੀ ਕਿ ਜੀ ਉੱਥੇ ਜਾਨਵਰ ਆਫਲੋਡ ਜਾਂ ਲੋਡ ਕਰਨ ਵਾਸਤੇ ਸਾਡੇ ਕੋਲ ਰੈਂਪ ਨਹੀਂ ਹੈ, ਤੇ ਜਨਾਬ ਮੈਂ ਇਸ ਵਕਤ ਰੈਂਪ ਤੇ ਖੜਾ ਵਾ, ਇੱਥੋਂ ਲੱਗ ਕੇ ਉਹ ਉੱਥੇ ਤੱਕ 20 ਗੱਡੀਆਂ ਦੀ ਜਗ੍ਹਾ ਵਾ, ਜਦਕਿ ਇੱਥੇ ਇੱਕ ਵੀ ਗੱਡੀ ਨਹੀਂ ਲੱਗੀ। ਹਾਂ ਅਲਬੱਤਾ ਇਹ ਹੋ ਸਕਦਾ ਵਾ ਕਿ ਜਿੱਥੇ ਹੁਣ ਇਹ ਜਾਨਵਰ ਗਏ ਆ, ਡਾਲਾ ਉੱਥੇ ਲੈ ਕੇ ਗਏ ਆ, ਕਿਆ ਉੱਥੇ ਕੋਈ ਆਰਜ਼ੀ ਰੈਂਪ ਬਣਾਇਆ ਕਿ ਨਹੀਂ ਬਣਾਇਆ? ਇਹ ਮੁਸ਼ਕਿਲ ਰੈਂਪ ਵਾ। ਇਹ ਜਦੋਂ ਮੰਡੀ ਲੱਗਦੀ ਆ, ਸਾਲਾਨਾ ਮੰਡੀ ਲੱਗਦੀ ਆ, ਇਹ ਉਦੋਂ ਇੱਥੇ ਕਾਫੀ ਰਸ਼ ਹੁੰਦਾ, ਮਗਰ ਇਸ ਵਕਤ ਇਸ ਦੇ ਉੱਤੇ ਇੱਕ ਵੀ ਗੱਡੀ ਨਹੀਂ ਲੱਗੀ ਤੇ ਨਾ ਕੋਈ ਜਾਨਵਰ ਆਫਲੋਡ ਹੋ ਰਿਹਾ ਨਾ ਲੋਡ ਹੋ ਰਿਹਾ। ਤੇ ਇਹ ਜਿਹੜੀ ਗੱਲ ਹੈ ਨਾ ਵਪਾਰੀ ਦੀ ਕਿ ਜਨਾਬ ਆਫਲੋਡ ਕਰਨ ਵਾਸਤੇ ਸਾਡੇ ਕੋਲ ਰੈਂਪ ਨਹੀਂ ਹੈ, ਉਹ ਮੈਂ ਸਮਝਦਾ ਕਿ ਉਹ ਦਰੁਸਤ ਨਹੀਂ ਹੈ ਜੀ। ਪੀਣ ਵਾਲੇ ਪਾਣੀ ਦਾ ਕਹਿ ਰਹੇ ਸੀ ਤੇ ਇਹ ਜਨਾਬ ਵਾਟਰ ਡਿਸਪੈਂਸਰ ਲੱਗਾ, ਇਹ ਦੇਖੋ ਟ੍ਰੀਟਮੈਂਟ ਪਲਾਂਟ ਲੱਗਾ, ਠੰਡਾ ਹੈ ਜਾਂ ਨਹੀਂ ਹੈ, ਮਗਰ ਪੀਣ ਵਾਲਾ ਪਾਣੀ ਜਿਹੜਾ ਨਾ ਉਹ ਮੌਜੂਦ ਹੈ। ਇਹ ਦੇਖੋ ਜੀ ਬਿਲਕੁਲ ਮੌਜੂਦ ਆ। ਹਾਂ ਅਲਬੱਤਾ ਇਹ ਆ ਕਿ ਇਹਨੂੰ ਜ਼ਰਾ ਬਿਹਤਰ ਕੀਤਾ ਜਾ ਸਕਦਾ। ਇੱਕ ਹੈ ਡਿਸਪੈਂਸਰ ਲੱਗਾ, ਇੱਕ ਜਨਾਬ ਉਹ ਲੱਗਾ, ਇੱਕ ਉਹ ਲੱਗਾ, ਮਤਲਬ 3 ਡਿਸਪੈਂਸਰ ਲੱਗੇ ਆ। ਅਸੀਂ ਤਿੰਨਾਂ ਤੇ ਚੈੱਕ ਕਰ ਲੈਂਦੇ ਆ ਕਿ ਕਿਆ ਪਾਣੀ ਹੈ ਪੀਣ ਵਾਲਾ ਜਾਂ ਨਹੀਂ ਹੈ। ਜਨਾਬ ਬਿਹਤਰੀਨ ਠੰਡਾ ਪਾਣੀ ਹੈ, ਬਲਕਿ ਇਹ ਜਿਹੜਾ ਨਾ ਡਿਸਪੈਂਸਰ ਚੱਲ ਵੀ ਰਿਹਾ ਵਾ, ਔਨ ਆ, ਇਹਦੀਆਂ ਦੋਨਾਂ ਟੂਟੀਆਂ ਦੇ ਵਿੱਚੋਂ ਜਨਾਬ ਪਾਣੀ ਆ ਰਿਹਾ, ਤਾਂ ਪਾਣੀ ਫੁੱਲ ਠੰਡਾ ਬਰਫੀਲਾ ਪਾਣੀ ਆ। ਇਹ ਜਨਾਬ ਪਾਣੀ ਵਾਲੀ ਖੁਰਲੀ ਆ। ਇਹ ਦੇਖੋ ਜੀ ਮੈਂ ਵਾਲ ਖੋਲਿਆ ਤੇ ਜਨਾਬ ਇਹ ਧੜਾ ਧੜ ਪਾਣੀ ਜਿਹੜਾ ਨਾ ਇਹ ਦੇਖੋ ਹੁਣ ਧੜਾ ਧੜ ਪਾਣੀ ਆ ਰਿਹਾ। ਜਿਹੜਾ ਜ਼ਿਮੀਦਾਰ ਉੱਥੇ ਕਹਿ ਰਿਹਾ ਸੀ, ਵਪਾਰੀ ਕਹਿ ਰਿਹਾ ਸੀ ਕਿ ਜਨਾਬ ਉਹ ਤੇ ਪਾਣੀ ਨਹੀਂ ਹੈ, ਮੈਂ ਹਿਸਾਬ ਲਾਇਆ ਕਿ ਉਹ ਨਾ ਥੋੜਾ ਜਿਹਾ ਵੈਸੇ ਗੁੱਸੇ ਦੀ ਵਜ੍ਹਾ ਤੋਂ ਨਾ ਮੁਖਾਲਫਾਨਾ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਾਣੀ ਬਿਲਕੁਲ ਜਨਾਬ ਮੌਜੂਦ ਆ। ਇਹ ਇੱਕ ਤੇ ਨਹੀਂ, ਇੱਥੋਂ ਤਰਤੀਬ ਦੇ ਵਿੱਚ ਕਾਫੀ ਸਾਰੀਆਂ ਖੁਰਲੀਆਂ ਲੱਗੀਆਂ ਹੋਈਆਂ। ਹਾਂ ਅਲਬੱਤਾ ਉਹ ਜਿਹੜਾ ਹੈਗਾ ਨਾ ਗਰਾਊਂਡ, ਉੱਥੇ ਪਾਣੀ ਹੋ ਵੀ ਨਹੀਂ ਸਕਦਾ ਕਿਉਂਕਿ ਉਹ ਕਿਹੜਾ ਪੱਕੇ ਸ਼ੈੱਡ ਆ, ਉਹ ਤਾਂ ਆਰਜ਼ੀ ਸ਼ੈੱਡ ਆ। ਇਹ ਪੱਕੇ ਸ਼ੈੱਡ ਆ ਤੇ ਇਹਨਾਂ 'ਚ ਜਨਾਬ ਜਾਨਵਰਾਂ ਦੇ ਪੀਣ ਵਾਸਤੇ, ਨਹਾਉਣ ਵਾਸਤੇ ਤਾਂ ਇਹ ਦੇਖੋ ਜਨਾਬ ਪਾਣੀ ਮੌਜੂਦ ਆ, ਬਿਲਕੁਲ ਮੌਜੂਦ।
ਜਦੋਂ ਈਦ ਲਾਗੇ ਆਂਦੀ ਆ ਕੋਈ 15 ਦਿਨ 20 ਦਿਨ ਪਹਿਲੇ ਇਹ ਸ਼ੈੱਡ ਜਿਹੜੇ ਆ ਜਨਾਬ ਮੁਕੰਮਲ ਭਰ ਜਾਂਦੇ ਆ। ਆਮ ਦਿਨਾਂ ਦੇ ਵਿੱਚ ਇੱਥੇ ਜਾਨਵਰ ਨਹੀਂ ਹੁੰਦੇ ਕਿਉਂਕਿ ਇਹ ਪੁਖਤਾ ਵਾ, ਇਹਦੇ ਵਿੱਚ ਸਹੂਲਤਾਂ ਵੀ ਚੰਗੀਆਂ, ਜੋ ਖੁਰਲੀਆਂ ਬਣੀਆਂ ਹੋਈਆਂ, ਇਹਦੇ ਉੱਤੇ ਛਾਂ ਦਾ ਇੰਤਜ਼ਾਮ ਆ, ਇੱਥੇ ਪਾਣੀ ਦਾ ਇੰਤਜ਼ਾਮ ਆ, ਜਾਨਵਰਾਂ ਨੂੰ ਨਵਾਉਣ ਦਾ ਇੰਤਜ਼ਾਮ ਆ। ਤੇ ਮਗਰ ਇਹ ਜਿਵੇਂ ਜਿਵੇਂ ਈਦ ਲੱਗ ਆਏਗੀ ਉਵੇਂ ਉਵੇਂ ਇਹ ਜਿਹੜੀਆਂ ਖੁਰਲੀਆਂ ਵਾ ਫੀ ਜਾਨਵਰ ਦੇ ਹਿਸਾਬ ਦੇ ਨਾਲ ਉਹ ਫਰੋਖਤ ਹੁੰਦੀਆਂ ਜਾਣਗੀਆਂ, ਮਤਲਬ ਆਰਜ਼ੀ ਤੌਰ ਦੇ ਉੱਤੇ। ਤੇ ਈਦ ਤੇ ਜਿਹੜੇ ਜਿਹੜੇ ਜਾਨਵਰ ਵਿਕਦੇ ਗਏ ਅੱਲਾ ਖੈਰ ਕਰੇ ਉਹ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਆ। ਤੇ ਈਦ ਜੇ ਦਿਨਾਂ ਦੇ ਵਿੱਚ ਤੇ ਇੱਥੇ ਮਾਸ਼ਾਅੱਲਾ ਜਨਾਬ ਪੂਰਾ ਮੇਲਾ ਹੁੰਦਾ ਵਾ, ਪੂਰਾ ਇੱਕ ਮਾਹੌਲ ਹੁੰਦਾ ਵਾ ਔਰ ਕਾਬਲੇ ਦੀਦ ਹੁੰਦਾ ਵਾ, ਕਰੋੜਾਂ ਅਰਬਾਂ ਦਾ ਕਾਰੋਬਾਰ ਹੁੰਦਾ ਵਾ, ਬਰਕਤ ਆ ਅੱਲਾ ਦੀ ਤਰਫੋਂ। ਜਨਾਬ ਇਹ ਸਿਰਫ ਮੰਡੀ ਨਹੀਂ ਹੈ ਬਲਕਿ ਪੂਰਾ ਬਾਗ ਆ, ਮਾਸ਼ਾਅੱਲਾ ਸ਼ਤੂਤ ਲੱਗੇ ਆ, ਪਿੱਛੇ ਜਨਾਬ ਪੁਲਿਸ ਚੌਕੀ ਆ, ਬੜਾ ਅੱਛਾ ਮਾਹੌਲ ਆ। ਇਹ ਮਾਡਲ ਮਾਰਕੀਟ ਆ, ਮਾਡਲ ਕੈਟਲ ਮਾਰਕੀਟ, ਤੇ ਇੱਥੇ ਉਹ ਸਾਰੀਆਂ ਸਹੂਲਤਾਂ ਮੌਜੂਦ ਆ ਜਿਹੜੀਆਂ ਕਿ ਇੱਕ ਮੰਡੀ ਦੇ ਵਿੱਚ ਹੋਣੀਆਂ ਚਾਹੀਦੀਆਂ। ਅਲਬੱਤਾ ਇਹ ਆ ਕਿ ਇੱਥੇ ਜ਼ਿਆਦਾ ਜਿਹੜਾ ਮਾਹੌਲ ਆ ਨਾ ਉਹ ਈਦ ਦੇ ਦਿਨਾਂ 'ਚ ਬਣਦਾ ਵਾ। ਰੂਟੀਨ ਦੇ ਵਿੱਚ ਸਿਰਫ ਬੁੱਧ ਵਾਲੇ ਦਿਨ ਮੰਡੀ ਲੱਗਦੀ ਆ, ਉਸ ਦਿਨ ਵਪਾਰੀ ਆਉਂਦੇ ਆ। ਰੂਟੀਨ ਦੇ ਸ਼ੈੱਡ ਹੈ ਛੋਟੇ ਜਾਨਵਰ ਦੇ ਹੁੰਦੇ ਆ, ਉਹ ਸਾਈਡਾਂ ਤੇ ਹੁੰਦੇ ਆ, ਥੋੜੀ ਜਿਹੀ ਜਗ੍ਹਾ 'ਚ ਹੁੰਦੇ ਆ, ਬਾਕੀ ਜਗ੍ਹਾ ਜਿਹੜੀ ਆ ਨਾ ਉਹ ਰੂਟੀਨ 'ਚ ਖਾਲੀ ਰਹਿੰਦੀ ਆ। ਇਨਸ਼ਾਅੱਲਾ ਉਮੀਦ ਬੜੀ ਆ ਕਿ ਜਿਵੇਂ ਜਿਵੇਂ ਈਦ ਲੱਗ ਆਏਗੀ, ਜਿਹੜਾ ਸਭ ਤੋਂ ਵੱਡੀ ਮੈਨੂੰ ਜਿਹੜਾ ਇੱਥੇ ਹੈ ਨਾ ਕਿ ਇੱਥੇ ਹਜ਼ਾਰਾਂ ਦੀ ਤਾਦਾਦ 'ਚ ਲੋਕ ਆਉਂਦੇ ਆ ਤੇ ਉਹਨਾਂ ਨੂੰ ਜਿਹੜੇ ਵਾਸ਼ਰੂਮ ਦੀਆਂ ਸਹੂਲੀਅਤ, ਪਾਣੀ ਦੀਆਂ ਨਹਾਉਣ ਧੋਣ ਦੀਆਂ ਸਹੂਲੀਅਤ ਜਿਹੜੀਆਂ ਨਾ ਉਹਦੀ ਕਮੀ ਹੈ ਵਾ। ਉਮੀਦ ਆ ਕਿ ਇੰਤਜ਼ਾਮੀਆ ਉਹਦੇ ਉੱਤੇ ਵੀ ਕਰ ਲੇਗੀ। 25 30 40 ਟਾਇਲਟ ਬਣਾ ਦਿੱਤੇ ਜਾਣ, ਇੱਕ ਸਾਈਡ ਦੇ ਉੱਤੇ ਬਣਾ ਦਿੱਤੇ ਜਾਣ ਤਾਂ ਕਿ ਜਿਹੜੇ ਸ਼ਹਿਰੀ ਆਉਂਦੇ ਆ ਉਹ ਟਾਇਲਟ ਇਸਤੇਮਾਲ ਕਰਨ। ਬੇਸ਼ੱਕ ਉਹਦੀ ਵੀ ਪਰਚੀ ਹੋਵੇ ਮਗਰ ਇਹ ਆ ਕਿ ਉਹ ਟਾਇਲਟ ਦੀ ਸਹੂਲਤ ਹੋਣੀ ਚਾਹੀਦੀ ਹੈ ਕਿਉਂਕਿ ਸਫਾਈ ਨਿਸਫ ਈਮਾਨ ਹੈ।